ਰਵਿਦਾਸੀਆ ਟੀਵੀ ਦੇਖਦੇ ਦੇਸ਼ਾਂ ਵਿਦੇਸ਼ਾਂ 'ਚ ਪੂਰੇ ਦੁਨੀਆ ਭਰ ਦੇ ਵਿੱਚ ਸੰਗਤਾਂ ਨੂੰ ਰਵਿਦਾਸੀਆ ਟੀਵੀ ਦੀ ਟੀਮ ਵੱਲੋਂ ਦੋਵੇਂ ਹੱਥ ਜੋੜ ਕੇ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਅੱਜ ਅਸੀਂ ਕੌਮ ਦੀ ਮਹਾਨ ਸ਼ਖਸੀਅਤ ਪ੍ਰੋਫੈਸਰ ਲਾਲ ਸਿੰਘ ਜੀ, ਜਿਨ੍ਹਾਂ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਜਿਨ੍ਹਾਂ ਦੀ ਕਲਮ ਰਾਹੀਂ ਦੇਣ ਆ, ਉਹ ਅੱਜ ਸਾਡੇ ਸਟੂਡੀਓ ਪਹੁੰਚੇ ਆ। ਅਸੀਂ ਰਵਿਦਾਸੀਆ ਟੀਵੀ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਦੇ ਹਾਂ। ਸੋ ਇੰਨੇ ਕੁ ਸ਼ਬਦਾਂ ਨਾਲ ਪ੍ਰੋਫੈਸਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ, ਤੁਸੀਂ ਸਾਡੇ ਸਟੂਡੀਓ 'ਚ ਆਏ ਆ, ਤੁਸੀਂ ਸਾਨੂੰ ਟਾਈਮ ਦਿੱਤਾ ਜੀ। ਅਸੀਂ ਤੁਹਾਡਾ ਜੀ ਆਇਆਂ ਨੂੰ ਕਰਦੇ ਹਾਂ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ। ਬੜਾ ਧੰਨਵਾਦੀ ਹਾਂ ਮੈਂ ਤੁਹਾਡਾ, ਜਿਹੜੇ ਤੁਸੀਂ ਮੇਰੀ ਇੰਟਰਵਿਊ ਲੈਣ ਵਾਸਤੇ ਆਏ ਹੋ। ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਗੁਰੂ ਰਵਿਦਾਸ ਬਾਰੇ ਕੁਝ ਕਹਿ ਸਕਦਾ, ਕੁਝ ਲਿਖ ਸਕਦਾ। ਪ੍ਰੋਫੈਸਰ ਸਾਹਿਬ ਜੀ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਮਾਨਵਤਾ ਨੂੰ ਕੀ ਸੇਧ ਦਿੰਦੀ ਆ? ਗੁਰੂ ਰਵਿਦਾਸ ਦੀ ਬਾਣੀ ਮਾਨਵਤਾ ਨੂੰ ਮਨੁੱਖ ਬਣਾਉਣ ਦਾ ਸੰਦੇਸ਼ ਦਿੰਦੀ ਹੈ। ਜਾਤ ਪਾਤ, ਊਚ ਨੀਚ, ਇਸ ਸਭ ਦਾ ਖੰਡਨ ਕਰਕੇ ਸਪਸ਼ਟ ਕਰਦੀ ਹੈ ਕਿ ਮਨੁੱਖ ਮਨੁੱਖ ਹੀ ਹੈ। ਇੰਡੀਅਨ ਭਾਰਤੀ ਸਮਾਜ ਜਾਤ ਪਾਤ ਦਾ ਬਹੁਤ ਜ਼ਿਆਦਾ ਜਿਹੜਾ ਜਿਸ ਨੂੰ ਅਸੀਂ ਕਹੀਏ ਕਿ ਕਾਤਲ ਨਹੀਂ ਬਣਿਆ, ਜਾਤ ਪਾਤ ਨੂੰ ਉਭਾਰਨ ਵਾਲਾ ਬਣਿਆ, ਉਸ ਨੂੰ ਗੁਰੂ ਰਵਿਦਾਸ ਬਾਣੀ ਕਤਲ ਕਰਦੀ ਹੈ। ਕਤਲ ਦਾ ਮਤਲਬ ਸਿੱਧਾ ਸਾਦਾ ਇਹ ਹੈ ਕਿ ਉਹ ਕਹਿੰਦੇ ਆ ਕਿ ਜਾਤ ਪਾਤ ਤਾਂ ਮਨੁੱਖ ਦੇ ਹੈ ਹੀ ਨਹੀਂ, ਉਹ ਤਾਂ ਮਨੁੱਖ ਹੈ, ਮਨੁੱਖ ਦੇ ਰੂਪ ਵਿੱਚ ਹੀ ਜਨਮ ਲੈਂਦਾ ਹੈ। ਜੇ ਅਸੀਂ ਹੋਰ ਗੁਰਬਾਣੀ ਵੱਲ ਜਾਈਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਦਾ ਮਤਲਬ ਇਹੀ ਹੈ ਕਿ ਉਹ ਹਰ ਕੰਮ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਕਰੇ। ਜੇ ਕੁਦਰਤ ਦੇ ਨਿਯਮ ਨੂੰ ਭੰਗ ਕਰਦਾ ਤਾਂ ਉਹ ਕਦੇ ਵੀ ਸੱਚਾ ਸੁੱਚਾ ਇਨਸਾਨ ਨਹੀਂ ਬਣ ਸਕਦਾ। ਇਸ ਕਰਕੇ ਗੁਰੂ ਰਵਿਦਾਸ ਬਾਣੀ ਜਿਹੜੀ ਸਮੁੱਚੇ ਤੌਰ 'ਤੇ ਮਾਨਵਤਾ ਨੂੰ ਸੇਧ ਦਿੰਦੀ ਹੈ, ਮਨੁੱਖਤਾ ਨੂੰ ਸੇਧ ਦਿੰਦੀ ਹੈ, ਮਨੁੱਖ ਬਣਾਉਂਦੀ ਹੈ। ਜਿੰਨਾ ਸਮਾਜ ਵਿੱਚ ਕੋੜ ਹੈ ਜਾਤ ਪਾਤ ਦਾ, ਇਹ ਉਸ ਨੂੰ ਖਤਮ ਕਰਨ ਦਾ ਬਹੁਤ ਵੱਡਾ ਉਪਰਾਲਾ ਹੈ। ਇੱਥੋਂ ਤੱਕ ਉਹ ਤਾਂ ਇਹ ਕਹਿੰਦੇ ਆ ਕਿ ਜੇ ਕਿਤੇ ਜਾਤ ਪਾਤ ਨੂੰ ਜਾਂ ਊਚ ਨੀਚ ਨੂੰ ਜਾਂ ਕਿਸੇ ਵੀ ਕਿਸਮ ਦਾ ਦਬਾਅ ਜਿਹੜਾ ਇਨਸਾਨ 'ਤੇ ਪੈਂਦਾ ਉਸ ਨੂੰ ਦੂਰ ਕਰਨਾ ਹੋਵੇ ਤਾਂ ਯੁੱਧ ਵੀ ਲੜਨਾ ਪਵੇ ਤਾਂ ਉਹ ਕਹਿੰਦੇ ਵੀ ਯੁੱਧ ਲੜੋ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮੱਖੀਰਾ। ਉਹ ਕਹਿੰਦੇ ਜਿਵੇਂ ਮਧੂ ਮੱਖੀ ਆਪਣੇ ਡੇਰੇ ਜਾਂਦੀ ਹੈ, ਮਧੂ ਮੱਖੀ ਉਸੇ ਤਰ੍ਹਾਂ ਸਤਸੰਗ ਜਾਓ। ਮਧੂ ਮੱਖੀ ਲੜਦੀ ਹੈ ਜੀ ਉਸ ਦੀ ਜਿਹੜਾ ਉਸ ਦਾ ਜਿਹੜਾ ਸ਼ਹਿਦ ਹੈ, ਉਸ ਦੀ ਜਿਹੜੀ ਜਾਇਦਾਦ ਹੈ ਉਹਨੂੰ ਖੋਹਦੀ ਹੈ ਤਾਂ ਉਹਦੇ ਨਾਲ ਲੜਦੀ ਹੈ। ਇਸੇ ਤਰ੍ਹਾਂ ਹੀ ਗੁਰੂ ਰਵਿਦਾਸ ਸਾਡੇ ਚਮਾਰ ਸਮਾਜ ਨੂੰ ਸੇਧ ਦਿੰਦੀ ਹੈ ਕਿ ਜਿਹੜਾ ਵੀ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤੁਹਾਡੇ ਨਾਲ ਟਕਰਾਉਂਦਾ ਹੈ, ਤਾਂ ਉਸ ਨੂੰ ਤੁਸੀਂ ਟਕਰਾਉਣ ਵਿੱਚ ਝਿਜਕੋ ਨਾ। ਆਪਣਾ ਹੱਕ ਜਿਹੜਾ ਲੈਣ ਵਾਸਤੇ ਹਰ ਜਾਇਜ਼ ਢੰਗ ਵਰਤੋ। ਉਹਨਾਂ ਨੇ ਇਹੀ ਢੰਗ ਵਰਤ ਕੇ ਸਮੁੱਚੇ ਸਮਾਜ ਨੂੰ ਸੇਧ ਦਿੱਤੀ ਔਰ ਇਸ ਨੂੰ ਗੁਰੂ ਨਾਨਕ ਵਰਗਿਆਂ ਨੇ ਮਾਨਤਾ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਨੂੰ ਸਥਾਨ ਦਿੱਤਾ। ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਸੁਪਰੀਮ ਮੰਨ ਕੇ ਉਹਨਾਂ ਦੀ ਇਹ ਬਾਣੀ ਜਿਹੜੀ ਜਾਤ ਪਾਤ ਵਿਰੁੱਧ ਲੜਨ ਵਾਸਤੇ ਕਹਿ ਰਹੀ ਹੈ, ਉਹ ਗੁਰੂ ਰਵਿਦਾਸ ਤੋਂ ਬਿਨਾਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਦਾ ਇੱਕ ਸ਼ਬਦ ਹੈ ਜਿਹੜਾ ਦੋ ਥਾਂ 'ਤੇ ਆਉਂਦਾ ਹੈ, ਇੱਕ ਮਾਰੂ ਰਾਗ 'ਚ ਅਤੇ ਦੂਜਾ ਸੋਰਠ ਰਾਗ ਵਿੱਚ। ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਸਾਹਿਬਾਨ ਨੇ ਜਿਹੜੇ 9 ਗੁਰੂਆਂ ਦੀ ਬਾਣੀ, ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਜੇ ਤਲਵਾਰ ਦੀ ਵਰਤੋਂ ਵੀ ਕਰਨੀ ਪਵੇ ਤਾਂ ਉਹ ਜਾਇਜ਼ ਹੈ। ਇਹ ਦੋ ਸ਼ਬਦ ਜਿਹੜੇ ਗੁਰੂ ਰਵਿਦਾਸ ਦੇ ਇੱਕੋ ਹੀ ਸ਼ਬਦ ਨੂੰ ਦੋ ਰਾਗਾਂ ਵਿੱਚ ਆਇਆ। ਪਹਿਲਾ ਸੋਰਠ ਰਾਗ, ਦੂਜਾ ਮਾਰੂ ਰਾਗ। ਸੋਰਠ ਰਾਗ ਕਿਹਾ ਗਿਆ ਕਿ ਪਿਆਰ ਨਾਲ ਸਮਝਾਓ ਜਿਹੜਾ ਮਨੁੱਖਤਾ ਦੇ ਵਿਰੋਧ ਵਿੱਚ ਹੈ। ਜੋ ਨਹੀਂ ਸਮਝਦਾ ਤਾਂ ਉਸ ਨੂੰ ਸੋਧਣ ਵਾਸਤੇ ਤਲਵਾਰ ਚੁੱਕਣਾ ਬਹੁਤ ਜ਼ਰੂਰੀ ਹੈ। ਇਸ ਲਈ ਗੁਰੂ ਰਵਿਦਾਸ ਦੀ ਬਾਣੀ ਬੜਾ ਸਪਸ਼ਟ ਸੰਦੇਸ਼ ਦਿੰਦੀ ਹੈ ਕਿ ਮਨੁੱਖ ਨੂੰ ਮਨੁੱਖ ਦਾ ਰਾਹ ਦਿਖਾਉਣ ਵਾਸਤੇ ਜੇ ਤਲਵਾਰ ਵੀ ਚੁੱਕਣੀ ਪਵੇ ਤਾਂ ਉਹ ਵੀ ਜਾਇਜ਼ ਹੈ। ਦੂਸਰਾ ਪ੍ਰੋਫੈਸਰ ਸਾਹਿਬ ਜੀ, ਅਸੀਂ ਪੁੱਛਣਾ ਚਾਹੁੰਦੇ ਹਾਂ, ਸਮਕਾਲੀ ਮਹਾਂਪੁਰਸ਼ਾਂ ਦਾ ਕਦੋਂ ਤੇ ਕਿਹਨਾਂ ਦੇ ਨਾਲ ਮਿਲਾਪ ਹੋਇਆ? ਗੁਰੂ ਰਵਿਦਾਸ ਦਾ ਸਮਕਾਲੀ ਪੁਰਖਾਂ ਨਾਲ ਜਿੰਨੇ ਵੀ ਭਗਤ ਜਨ ਨੇ ਉਹਨਾਂ ਸਾਰਿਆਂ ਨਾਲ ਮੇਲ ਹੋਇਆ।
ਜਿੰਨੇ ਮਹੱਲੇ ਨੇ ਦਾਸਾਂ ਦੀ ਬਾਣੀ ਹੈ, ਜਿਹੜੇ ਅੱਜ ਕੱਲ੍ਹ ਗੁਰੂਆਂ ਦੀ ਬਾਣੀ ਕਹਾਉਂਦੇ ਨੇ, ਉਹਨਾਂ ਨਾਲ ਕਿਸੇ ਨਾਲ ਉਹਨਾਂ ਦਾ ਮੇਲ ਨਹੀਂ ਹੋਇਆ। ਜਿਹੜੇ ਕਹਿੰਦੇ ਨੇ ਵੀ ਉਹਨਾਂ ਦਾ ਮੇਲ ਹੋਇਆ, ਉਹ ਉਹਨਾਂ ਦੀ ਜਿਹੜੀ ਡੈਥ, ਉਹਨਾਂ ਦੀ ਦੇਹਾਂਤ ਦੀ ਮਿਤੀ ਹੈ, ਉਹਦੇ ਵੱਲ ਉਹ ਧਿਆਨ ਨਹੀਂ ਦਿੰਦੇ। ਇਹਦਾ ਮਤਲਬ ਇਹ ਹੈ ਕਿ ਗੁਰੂ ਰਵਿਦਾਸ ਦੀ ਬਾਣੀ ਗੁਰੂਆਂ ਨੂੰ ਸੇਧ ਦਿੰਦੀ ਹੈ, ਕਿਉਂਕਿ ਗੁਰੂਆਂ ਤੋਂ ਬਹੁਤ ਚਿਰ ਪਹਿਲਾਂ ਉਹਨਾਂ ਨੇ ਆਪਣੇ ਸ਼ਬਦਾਂ ਦੀ ਰਚਨਾ ਰਚ ਦਿੱਤੀ ਸੀ, ਜਿਸ ਦੀ ਕੁਲੈਕਸ਼ਨ ਬਹੁਤ ਚਿਰ ਪਹਿਲਾਂ ਗੁਰੂਆਂ ਵਿੱਚੋਂ ਹੀ ਕਰ ਦਿੱਤੀ ਗਈ ਸੀ, ਜਿਸ ਨੂੰ ਗੁਰੂ ਨਾਨਕ ਨੇ ਯੂਜ਼ ਕੀਤਾ। ਗੁਰੂ ਅਰਜਨ ਸਾਹਿਬ ਨੇ ਤਾਂ ਇੱਥੋਂ ਤੱਕ ਕੀਤਾ ਕਿ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਹਿੱਸਾ ਬਣਾ ਲਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨੀ ਵੀ ਬਾਣੀ ਹੈ, ਉਸ ਦੀ ਸੇਧ ਗੁਰੂ ਰਵਿਦਾਸ ਬਾਣੀ ਦਿੰਦੀ ਹੈ, ਹੋਰ ਕੋਈ ਬਾਣੀ ਨਹੀਂ। ਪ੍ਰੋਫੈਸਰ ਸਾਹਿਬ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਜੀਵਨੀ ਦੇ ਵਿੱਚ ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸਤਿਗੁਰਾਂ 'ਤੇ, ਔਰ ਬਹੁਤ ਸਾਰੇ ਤੁਸੀਂ ਕਿਤਾਬਾਂ ਲਿਖੀਆਂ। ਸੰਗਤ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਜਿਹੜੀਆਂ ਬੁੱਕਾਂ ਕਿਤਾਬਾਂ ਲਿਖੀਆਂ, ਤੁਹਾਨੂੰ ਇਹ ਸੋਚ ਤੁਹਾਡੀ ਇਹ ਅੰਦਰ ਜੁਝਾਰੂ ਇਹ ਕਿੱਥੋਂ ਤੇ ਕਦੋਂ ਤੋਂ ਪੈਦਾ ਹੋਈ ਸੀਗੀ? ਗੁਰੂ ਰਵਿਦਾਸ ਬਾਰੇ ਸੋਚ ਮੈਨੂੰ ਬਚਪਨ ਤੋਂ ਪੈਦਾ ਹੋ ਗਈ, ਕਿਉਂਕਿ ਸਾਡੇ ਪਿੰਡ ਬਾਬਾ ਬਖਸ਼ੀ ਰਾਮ ਹੁੰਦੇ ਸਨ। ਜਦੋਂ ਅੱਜ ਮੇਰੀ ਉਮਰ 80 ਸਾਲ ਤੋਂ ਟੱਪ ਚੁੱਕੀ ਹੈ, ਉਸ ਵੇਲੇ ਅਸੀਂ ਕੋਈ 12-13 ਸਾਲ ਦੇ ਹੋਵਾਂਗੇ ਜਦੋਂ ਸਾਡੇ ਪਿੰਡ ਗੁਰੂ ਰਵਿਦਾਸ ਮੰਦਿਰ ਬਣ ਚੁੱਕਾ ਸੀ। ਇਹਦਾ ਮਤਲਬ ਇਹ ਹੈ ਕਿ ਉਹ ਬਾਬਾ ਜਿਹੜਾ ਬਖਸ਼ੀ ਰਾਮ ਸੀ, ਉਹ ਸਾਨੂੰ ਜਿਹੜੇ ਗੁਰੂ ਰਵਿਦਾਸ ਬਾਣੀ ਬਾਰੇ ਵਿਚਾਰ ਦੇ ਕੇ ਪ੍ਰਭਾਵਿਤ ਕਰਦੇ ਰਹਿੰਦੇ ਸਨ। ਉਹਦਾ ਅਸਰ ਮੈਨੂੰ ਬਚਪਨ 'ਚ ਸੀ, ਔਰ ਮੈਂ ਬਚਪਨ ਤੋਂ ਹੀ ਗੁਰੂ ਰਵਿਦਾਸ ਨਾਲ ਜੁੜਿਆ ਹੋਇਆ, ਹੋਰ ਕਿਸੇ ਨਾਲ ਮੈਂ ਨਹੀਂ ਜੁੜਿਆ। ਇਸ ਕਰਕੇ ਮੈਨੂੰ ਬਾਣੀ ਗੁਰੂ ਰਵਿਦਾਸ ਦੀ ਨਾਲ ਜ਼ਿਆਦਾ ਚਹੇਤਪਨਾ ਸੀ, ਜ਼ਿਆਦਾ ਪਿਆਰ ਸੀ, ਔਰ ਮੈਂ ਗੁਰੂ ਰਵਿਦਾਸ ਬਾਰੇ 8 ਕਿਤਾਬਾਂ ਵੀ ਇਸੇ ਕਰਕੇ ਰਚਣ ਵਿੱਚ ਸਫਲ ਹੋਇਆ, ਜਿਸ ਦਾ ਅੱਜ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਸਿੱਖ ਜਗਤ ਵਿੱਚੋਂ। ਪ੍ਰੋਫੈਸਰ ਸਾਹਿਬ, ਸਤਿਗੁਰੂ ਰਵਿਦਾਸ ਮਹਾਰਾਜ ਨੂੰ ਵੱਖ-ਵੱਖ ਧਰਮਾਂ ਦੇ ਆਪਣੇ ਨਾਮ ਨਾਲ ਜੋੜਦੇ ਆ, ਇਹ ਕਿੱਥੇ ਤੱਕ ਉਚਿਤ ਹੈ? ਜਿੱਥੋਂ ਤੱਕ ਤਾਂ ਸਿੱਖ ਧਰਮ ਦਾ ਸੰਬੰਧ ਹੈ, ਉਹਨਾਂ ਦੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਗੁਰੂ ਰਵਿਦਾਸ ਦੀ ਹੈ। ਉਹ ਜੇ ਜੋੜਦੇ ਨਹੀਂ ਹਨ, ਉਹ ਆਪਣੇ ਗੁਰੂਆਂ ਦੀ ਉਪਮਾ ਕਰਦੇ। ਪਹਿਲੀ ਗੱਲ ਤਾਂ ਇਹ ਨੋਟ ਕਰ ਲਓ ਕਿ ਜਿੰਨੇ ਵੀ ਸਿੱਖ ਜਗਤ ਵਿੱਚ ਬੈਠੇ ਮਹਾਂਪੁਰਸ਼ ਨੇ, ਜੇ ਉਹ ਗੁਰਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸੰਬੰਧਿਤ ਨੇ, ਜੇ ਉਹ ਗੁਰੂ ਰਵਿਦਾਸ ਦੀ ਉਪਮਾ ਕਰਦੇ ਨੇ, ਤਾਂ ਉਹ ਆਪਣੇ ਨਾਲ ਨਹੀਂ ਜੋੜਦੇ, ਸਗੋਂ ਆਪਣੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਬਰਾਬਰ ਲਿਆ ਕੇ ਉਹਨਾਂ ਨੂੰ ਉੱਚੀ ਕਰਦੇ ਨੇ। ਗੁਰੂ ਰਵਿਦਾਸ ਦੀ ਬਾਣੀ ਤਾਂ ਬਹੁਤ ਚਿਰ ਪਹਿਲਾਂ ਦੀ ਆਈ ਹੋਈ ਹੈ, ਉਸ ਦੇ ਬਾਣੀ ਦੇ ਟਕਰਾਅ ਵਿੱਚ ਦੋਨਾਂ ਦਾ ਲਿਆ ਕੇ ਉਹ ਆਪਣੀ ਬਾਣੀ ਨੂੰ ਵੀ ਉੱਚਾ ਕਰਦੇ ਨੇ, ਗੁਰੂ ਰਵਿਦਾਸ ਬਾਣੀ ਨਾਲ ਮਿਲਾ ਕੇ। ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ 'ਚ ਗਏ ਹੋਏ ਲੋਕ ਸਤਿਗੁਰੂ ਰਵਿਦਾਸ ਮਹਾਰਾਜ ਦੇ ਅੰਤਿਮ ਸਮੇਂ 'ਤੇ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਟਿੱਪਣੀਆਂ ਕਰਦੇ ਆ, ਕੀ ਇਹ ਉਚਿਤ ਹੈ? ਕਿ ਅਜੀਬੋ ਗਰੀਬ ਟਿੱਪਣੀਆਂ ਕਰਨਾ ਉਹਨਾਂ ਨੂੰ ਮਜਬੂਰੀ ਹੈ। ਕਾਰਨ ਇਹਦਾ ਹੈ, ਜਿੱਥੇ ਉਹ ਗਏ ਨੇ ਉੱਥੇ ਉਹ ਆਪਣੇ ਆਪ ਨੂੰ ਛੱਡ ਕੇ, ਗੁਰੂ ਰਵਿਦਾਸ ਨੂੰ ਛੱਡ ਕੇ, ਆਪਣੇ ਮਹਾਂਪੁਰਸ਼ਾਂ ਨੂੰ ਛੱਡ ਕੇ ਦੂਜਿਆਂ ਦੇ ਗੁਲਾਮ ਬਣ ਕੇ ਗਏ ਨੇ। ਇਸ ਕਰਕੇ ਉੱਥੇ ਗੁਲਾਮੀ ਵਿੱਚ ਜਾ ਕੇ ਉਹਨਾਂ ਦਾ ਟਿੱਪਣੀਆਂ ਕਰਨਾ ਇਹ ਜਾਇਜ਼ ਹੈ। ਉਹਨਾਂ ਨੇ ਆਪਣੇ ਗੁਰੂ ਨੂੰ ਗੁਰੂ ਸਮਝਿਆ ਹੀ ਨਹੀਂ। ਇਸ ਕਰਕੇ ਜੇ ਨਹੀਂ ਸਮਝਿਆ ਤਾਂ ਜਿਹੜੇ ਉਹਨਾਂ ਨੇ ਗੁਰੂ ਬਣਾਏ, ਉਹਨਾਂ ਦੇ ਬਾਰੇ 'ਚ ਉਹਨਾਂ ਨੇ ਕੁਛ ਚੰਗਾ ਤਾਂ ਕਹਿਣਾ ਹੀ ਕਹਿਣਾ। ਉਹ ਜਿਹੜੇ ਉਹਨਾਂ ਦੇ ਗੁਰੂਆਂ ਦੇ ਉੱਪਰ ਦੇ ਗੁਰੂ ਬਣੇ ਹੋਏ ਨੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਹਾਂਪੁਰਸ਼ਾਂ ਨੇ ਵੀ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ, ਉਹਨਾਂ ਦੇ ਉੱਤੇ ਜਾਂਦੇ ਤਾਂ ਉਹ ਫਿਰ ਛੁਟਿਆ ਜਾਏ ਜਾਂਦੇ ਨੇ, ਛੋਟੇ ਬਣ ਜਾਂਦੇ ਨੇ। ਇਸ ਕਰਕੇ ਇਸ ਕਿਸਮ ਦੀ ਗੱਲ ਹੋਣੀ ਲਾਜ਼ਮੀ ਹੈ। ਪ੍ਰੋਫੈਸਰ ਸਾਹਿਬ ਜੀ, ਮੈਂ ਜਾਣਨਾ ਚਾਹੁੰਦਾ ਹਾਂ, ਦਰਸ਼ਕ ਵੀ ਜਾਣਨਾ ਚਾਹੁੰਦੇ ਕਿ ਸਮਾਜ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਹਰ ਇੱਕ ਸਮਾਜ ਦਾ ਦਰਸ਼ਕ ਸਾਡਾ ਸਮਾਜ ਜਾਣਨਾ ਚਾਹੁੰਦਾ ਕਿ ਤੁਹਾਡੀ ਇੱਕ ਕਿਤਾਬ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਦੇ ਅੰਤਿਮ ਸਮੇਂ ਨੂੰ ਲੈ ਕੇ ਤੁਸੀਂ ਇੱਕ ਬੁੱਕ ਲਿਖੀ ਆ, ਤੇ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ। ਗੁਰੂ ਰਵਿਦਾਸ ਦੀ ਜੀਵਨੀ ਤਾਂ ਜੋ ਆਦਿ ਤੋਂ ਲੈ ਕੇ ਅੰਤ ਤੱਕ ਉਹਨਾਂ ਨਾਲ ਵਾਪਰਿਆ ਉਹ ਲਿਖੀ, ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹਿੰਦੂ ਸਮਾਜ ਵਿੱਚ ਚੱਲ ਰਿਹਾ ਵਾਦ ਵਿਵਾਦ ਸੀ, ਔਰ ਉਹ ਮੀਰਾ ਬਾਈ ਦਾ ਰਾਹੀਂ ਅਤੇ ਹੋਰ ਮਹਾਂਪੁਰਸ਼ਾਂ ਰਾਹੀਂ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਉਹ ਉੱਚ ਸਮਾਜ ਵਿੱਚ ਪਹੁੰਚੀ।
ਉਹਨਾਂ ਤੱਕ ਕਿਉਂ ਗੱਲ ਪਹੁੰਚੀ? ਇਹ ਕਿਵੇਂ ਉਹਨਾਂ ਨੂੰ ਮੀਰਾਬਾਈ ਤੱਕ ਪਹੁੰਚਣ ਦੀ ਲੋੜ ਪਈ? ਇਹ ਇਸ ਕਰਕੇ ਪਈ ਕਿ ਉਹਨਾਂ ਨੂੰ ਜਿਹੜਾ ਹੈ ਲੋਕਾਂ ਨੇ ਇਸ ਗੱਲ ਨਾਲ ਅਹਿਸਾਸ ਕਰਵਾ ਦਿੱਤਾ ਕਿ ਮੀਰਾਬਾਈ ਉਸ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਇਸ ਕਰਕੇ ਮੀਰਾਬਾਈ ਨੇ ਇਹ ਗੱਲ ਸੋਚ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਨ ਲਿਆ। ਮੀਰਾਬਾਈ ਦੇ ਨਾਲ ਗੁਰੂ ਰਵਿਦਾਸ ਦਾ ਸੰਬੰਧ, ਇਹਦੇ ਬਾਰੇ ਅਸੀਂ ਵਿਚਾਰ ਕਰ ਲਈਏ। ਹੁਣ ਅਸੀਂ ਇਹ ਵੇਖਣਾ ਵੀ ਗੁਰੂ ਰਵਿਦਾਸ ਦੀ ਮਹਾਨਤਾ ਇਹ ਐਡੀ ਉੱਚੀ ਪਾਏ ਦੀ ਕਿਉਂ ਬਣ ਗਈ। ਕਾਰਨ ਇਹਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਇਸ ਦੀ ਗਵਾਹੀ ਦਿੰਦਾ ਹੈ। ਗੁਰੂ ਰਵਿਦਾਸ ਦਾ ਇੱਕ ਸ਼ਬਦ 2 ਦਫਾ ਆਉਂਦਾ ਹੈ, ਸੋਠ ਰਾਗ ਤੇ ਮਾਰੂ ਰਾਗ। ਸੋਠ ਰਾਗ ਵਿੱਚ ਉਹ ਲੋਕਾਂ ਨੂੰ ਸਮਝਾਉਂਦੇ ਆ ਪਿਆਰ ਨਾਲ ਕਿ ਜਾਤ ਪਾਤ ਊਚ ਨੀਚ ਦੱਬੇ ਕੁਚਲੇ ਸਭ ਮਨੁੱਖ ਨੇ, ਇਹ ਰੱਬ ਵੱਲੋਂ ਇੱਕ ਨੇ। ਪਰ ਉਹ ਜੇ ਨਹੀਂ ਸਮਝੇ ਤਾਂ ਗੁਰੂ ਰਵਿਦਾਸ ਨੇ ਬੇਝਿਜਕ ਹੋ ਕੇ ਇਹ ਹੁਕਮ ਦਿੱਤਾ। ਗੁਰੂ ਗ੍ਰੰਥ ਸਾਹਿਬ ਬਾਣੀ 'ਚ ਸਪਸ਼ਟ ਹੈ ਕਿ ਭਾਈ ਤੁਸੀਂ ਤਲਵਾਰ ਚੁੱਕੋ। ਇਹੋ ਹੀ ਸ਼ਬਦ ਮਾਰੂ ਰਾਗ ਵਿੱਚ ਗੁਰੂ ਰਵਿਦਾਸ ਨੇ ਦੁਹਰਾਇਆ ਔਰ ਉਹਦੀ ਪਹਿਲੀ ਸਤਰ ਅੱਗੇ ਰੇ ਲਾ ਦਿੱਤਾ। ਇਹਦਾ ਮਤਲਬ ਇਹ ਹੈ ਕਿ ਗੁਰੂ ਰਵਿਦਾਸ ਇਕੱਲੇ ਸੰਤ ਹੀ ਨਹੀਂ ਸਨ, ਉਹ ਬਹੁਤ ਮਹਾਨ ਯੋਧੇ ਸਨ ਔਰ ਫੌਜਾਂ ਦੇ ਕਮਾਂਡਰ ਸਨ ਜਿਨ੍ਹਾਂ ਨੇ ਜਿੱਤਾਂ ਜਿੱਤੀਆਂ, ਲੜਾਈਆਂ ਲੜੀਆਂ। ਜੇ ਕੋਈ ਇਹ ਪੁੱਛੇ ਕਿ ਕਿੱਥੇ ਲੜਾਈਆਂ ਲੜੀਆਂ ਤਾਂ ਉਹਨਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਨੇ ਇੱਕ ਸ਼ਬਦ ਨੂੰ 2 ਦਫਾ ਦਿੱਤਾ। ਤੁਸੀਂ ਉਹਨਾਂ ਤੋਂ ਪੁੱਛੋ ਕਿ ਉਹਨਾਂ ਨੇ ਕਿਉਂ ਦਿੱਤਾ ਮਾਰੂ ਰਾਗ ਵਿੱਚ ਸ਼ਬਦ ਸੁਖ ਸਾਗਰ ਸੁਰਤਰ ਚਿੰਤਾਮਣੀ, ਫਿਰ ਉਹ ਅੱਗੇ ਰੇ ਕਿਉਂ ਲਾਇਆ? ਇਹੀ ਸੋਠ ਰਾਗ ਵਿੱਚ ਸ਼ਬਦ ਆਉਂਦਾ ਹੈ, ਉਹਦੇ ਅੱਗੇ ਰੇ ਕਿਉਂ ਨਹੀਂ ਲੱਗਿਆ? ਤੁਸੀਂ ਇਹ ਉਹਨਾਂ ਤੋਂ ਧਿਆਨ ਨਾਲ ਪੁੱਛੋ। ਇਹਦਾ ਮਤਲਬ ਇਹ ਹੈ ਕਿ ਸੋਠ ਰਾਗ ਵਿੱਚ ਗੁਰੂ ਰਵਿਦਾਸ ਜੀ ਨੇ ਬਾਕਾਇਦਾ ਤੌਰ 'ਤੇ ਜਨਰਲਾਈਜ਼ ਕੀਤਾ ਕਿ ਸਾਰੇ ਬਰਾਬਰ ਨੇ, ਸਭ ਇੱਕ ਨੇ, ਕੋਈ ਉੱਚਾ ਨੀਵਾਂ ਨਹੀਂ। ਇਸ ਕਰਕੇ ਕੋਈ ਭਿੰਨ ਭੇਦ ਨਹੀਂ ਹੋ ਸਕਦਾ। ਪਰ ਉੱਚੇ ਲੋਕ ਨਹੀਂ ਮੰਨਦੇ। ਇਸ ਗੱਲ ਕਰਕੇ ਜਦੋਂ ਕਿਸੇ ਨੇ ਉਹਨਾਂ ਦੀ ਗੱਲ ਦੇ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਨੇ ਹੁਕਮ ਕੀਤਾ ਫਿਰ ਕਿਸ ਨੂੰ? ਨਿਚਲੀ ਕੌਮ ਨੂੰ, ਚਮਾਰਾਂ ਨੂੰ ਖਾਸ ਕਰਕੇ, ਔਰ ਉਹ ਲੋਕ ਜਿਹੜੇ ਦੱਬੇ ਕੁਚਲੇ ਸੀ ਉਹਨਾਂ ਨੂੰ ਕਿ ਤੁਸੀਂ ਤਲਵਾਰ ਚੁੱਕੋ ਔਰ ਇਹਨਾਂ ਲੋਕਾਂ ਦਾ ਤਲਵਾਰ ਨਾਲ ਮੁਕਾਬਲਾ ਕਰੋ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਿੱਥੇ ਹੈ ਇਹ ਸ਼ਬਦ? ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਤੇਨ ਬਸ ਜਾ ਕੇ ਰੇ ਲੱਗ ਗਿਆ ਦੱਬੇ ਕੁਚਲੇ ਚਮਾਰ ਲੋਕਾਂ ਨਾਲ। ਔਰ ਕਿੱਥੇ ਤਲਵਾਰ ਚੁੱਕਣ ਵਾਲੀ ਗੱਲ ਆ ਗਈ ਇੱਥੇ? ਗੱਲ ਤਾਂ ਉਹੀ ਹੈ ਸੋਠ ਰਾਗ ਵਾਲੀ। ਸੋਠ ਰਾਗ ਦਾ ਆਪਣਾ ਜਿਹੜਾ ਵਿਚਾਰ ਹੈ ਉਹ ਪਿਆਰ ਦਾ ਹੈ। ਮਾਰੂ ਰਾਗ ਯੁੱਧ ਦਾ ਰਾਗ ਹੈ। ਇਸ ਕਰਕੇ ਗੁਰੂ ਰਵਿਦਾਸ ਕਹਿੰਦੇ ਆ ਜੇ ਤੁਹਾਡੀ ਗੱਲ ਨਹੀਂ ਸੁਣਦਾ ਕੋਈ, ਤੁਹਾਡੀ ਬੇਇੱਜ਼ਤੀ ਹੁੰਦੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਗੱਲ ਹੈ ਤਾਂ ਉੱਥੇ ਤਲਵਾਰ ਚੁੱਕਣਾ ਜਾਇਜ਼ ਹੈ। ਇਸ ਕਰਕੇ ਗੁਰੂ ਰਵਿਦਾਸ ਜੀ ਨੇ ਸਾਡੇ ਸਮਾਜ ਨੂੰ ਖਾਸ ਕਰਕੇ ਤੇ ਆਮ ਜਨਤਾ ਨੂੰ ਆਮ ਕਰਕੇ ਇਹ ਕਿਹਾ ਕਿ ਭਾਈ ਗੈਰ ਮਨੁੱਖੀ ਗੱਲਾਂ ਸੁਣਨਾ ਜਾਇਜ਼ ਨਹੀਂ। ਇਹ ਗੁਰਬਾਣੀ ਦੇ ਮੁਤਾਬਕ ਸਹੀ ਨਹੀਂ, ਇਹ ਰੱਬ ਦੇ ਹੁਕਮ ਦੇ ਮੁਤਾਬਕ ਸਹੀ ਨਹੀਂ। ਜੇ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਉਸ ਨੂੰ ਪਿਆਰ ਨਾਲ ਸਮਝਾਓ। ਜੇ ਨਹੀਂ ਵੀ ਪਿਆਰ ਨਾਲ ਕੋਈ ਸਮਝਦਾ ਤਾਂ ਤਲਵਾਰ ਚੁੱਕਣਾ ਬਹੁਤ ਜਾਇਜ਼ ਹੈ। ਉਸ ਨੂੰ ਤਲਵਾਰ ਨਾਲ ਕਤਲ ਕਰ ਦਿਓ, ਖਤਮ ਕਰ ਦਿਓ। ਇਹ ਝਿਜਕ ਬਿਲਕੁਲ ਮਨ ਨਾ ਰੱਖੋ ਕਿ ਅਸੀਂ ਕਤਲ ਕਰ ਰਹੇ ਹਾਂ। ਨਾ, ਤੁਸੀਂ ਮਨੁੱਖ ਦਾ ਕਤਲ ਨਹੀਂ ਕਰ ਰਹੇ, ਤੁਸੀਂ ਪਾਪ ਦਾ ਕਤਲ ਕਰ ਰਹੇ ਹੋ। ਪਾਪੀ ਨੂੰ ਨਹੀਂ, ਪਾਪ ਦਾ ਕਤਲ ਕਰ ਰਹੇ ਹੋ। ਪਾਪ ਦਾ ਕਤਲ ਤਾਂ ਹੋਏਗਾ ਜੇ ਪਾਪੀ ਨੂੰ ਕਤਲ ਕਰਾਂਗੇ। ਪਾਪੀ ਤਾਂ ਸੁਧਰਦਾ ਹੀ ਨਹੀਂ। ਇਸ ਕਰਕੇ ਜਿਹੜੇ ਨਹੀਂ ਸੁਧਰ ਰਹੇ ਗੁਰੂ ਰਵਿਦਾਸ ਉਹਨਾਂ ਅੱਗੇ ਤਲਵਾਰ ਚੁੱਕਣ ਦੀ ਆਗਿਆ ਦਿੰਦੇ ਨੇ। ਹੁਣ ਇੱਥੇ ਗੁਰੂ ਰਵਿਦਾਸ ਨੇ ਰੇ ਲਾਤਾ। ਰੇ ਫਿਰ ਸਪਸ਼ਟ ਕਰ ਦਿੱਤਾ ਕਿ ਭਾਈ ਤੁਹਾਡੀ ਥਾਂ ਤੇ ਲੜਨ ਵਾਲਾ ਕੋਈ ਨਹੀਂ, ਚਮਾਰਾਂ ਦੀ ਥਾਂ ਤੇ ਜਾਂ ਦੱਬੇ ਕੁਚਲੇ ਲੋਕਾਂ ਦੀ ਥਾਂ ਤੇ ਆ ਕੇ ਲੜਨ ਵਾਲਾ ਕੋਈ ਨਹੀਂ। ਤੁਸੀਂ ਉੱਠੋ। ਰੇ ਦੱਬੇ ਕੁਚਲੇ ਲੋਕਾਂ ਵਾਸਤੇ ਵਰਤਿਆ ਗੁਰੂ ਰਵਿਦਾਸ ਨੇ ਔਰ ਮਾਰੂ ਰਾਗ ਵਿੱਚ ਵਰਤਿਆ। ਮਾਰੂ ਰਾਗ ਯੁੱਧ ਦਾ ਰਾਗ ਹੈ, ਤਲਵਾਰ ਚੁੱਕਣ ਦਾ ਰਾਗ ਹੈ। ਵੀ ਹੁਣ ਤੁਸੀਂ ਤਲਵਾਰ ਚੁੱਕੋ ਔਰ ਜਿਹੜੇ ਤੁਹਾਡੀ ਗੱਲ ਨਹੀਂ ਮੰਨਦੇ ਉਸ ਨੂੰ ਤਲਵਾਰ ਨਾਲ ਵੀ ਸੋਧ ਦਿਓ। ਇਸ ਕਰਕੇ ਗੁਰੂ ਰਵਿਦਾਸ ਦੀ ਬਾਣੀ ਮਨੁੱਖਤਾ ਦਾ ਸੱਚਾ ਸੰਦੇਸ਼ ਦਿੰਦੀ ਹੈ। ਉਹ ਇਹ ਕਦੇ ਵੀ ਇਸ ਗੱਲ ਵਿੱਚ ਦਰੇਗ ਨਹੀਂ ਕਰਦੀ ਕਿ ਜੇ ਕੋਈ ਊਚ ਨੀਚ ਪੈਦਾ ਕਰਦਾ ਉਹ ਗੱਲਾਂ ਬਾਤਾਂ ਨਾਲ ਨਹੀਂ ਸੁਧਰਦਾ, ਪਿਆਰ ਨਾਲ ਨਹੀਂ ਮੰਨਦਾ ਤਾਂ ਉੱਥੇ ਪਿਆਰ ਤਲਵਾਰ ਚੁੱਕ ਕੇ ਉਸ ਨੂੰ ਸੋਧ ਦੇਣਾ
ਮਨੁੱਖਤਾ ਲਈ ਭਲੇ ਦੀ ਗੱਲ ਹੈ, ਮਨੁੱਖਤਾ ਦੇ ਵਿਰੋਧ ਵਿੱਚ ਨਹੀਂ ਹੈ। ਇਸ ਕਰਕੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਓ, ਜੇ ਗੁਰੂ ਰਵਿਦਾਸ ਦੀ ਗੱਲ ਮੰਨਣੀ ਹੈ ਤਾਂ ਬੜਾ ਸਪਸ਼ਟ ਹੈ ਕਿ ਗੁਰੂ ਰਵਿਦਾਸ ਦੀ ਬਾਣੀ ਦੇ ਇਸ ਸ਼ਬਦ ਨੂੰ ਜਿਹੜਾ ਮਾਰੂ ਰਾਗ ਵਿੱਚ ਆ ਗਿਆ, ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮਤੇਨ ਬਸ ਜਾ ਕੇ ਰੇ, ਇਸ ਨੂੰ ਅਪਣਾ ਲਓ। ਉਹਨਾਂ ਨੂੰ ਸਮਝਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾਣਾ ਜਾਇਜ਼ ਹੈ। ਇਹ ਗੁਰੂ ਰਵਿਦਾਸ ਦੀ ਬਾਣੀ ਦਾ ਸੰਦੇਸ਼ ਹੈ। ਕਈ ਲੋਕ ਇਸ ਗੱਲ ਤੋਂ ਝਿਜਕਦੇ ਨੇ, ਇਸ ਗੱਲ ਨੂੰ ਸਪਸ਼ਟ ਕਰਨ ਤੋਂ ਝਿਜਕਦੇ ਨੇ, ਕਾਰਨ ਕਿ ਹੋਰ ਕਿਸੇ ਨੇ ਕੁਝ ਨਹੀਂ ਕਿਹਾ ਗੁਰੂ ਰਵਿਦਾਸ ਨੂੰ ਕਿ ਗੁਰੂ ਰਵਿਦਾਸ ਤਲਵਾਰ ਚੁੱਕਣ ਦੀ ਵੀ ਗੱਲ ਵੀ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਕਿਉਂ ਨਹੀਂ ਕਿਹਾ। ਕਾਰਨ ਇਹ ਹੈ ਕਿ ਸਾਡਾ ਸਮਾਜ ਮਾਨਸਿਕ ਤੌਰ 'ਤੇ ਗੁਲਾਮ ਹੈ। ਪਹਿਲਾਂ ਤਾਂ ਜਿਸਮਾਨੀ ਤੌਰ 'ਤੇ ਹਰ ਤਰ੍ਹਾਂ ਦਾ ਗੁਲਾਮ ਸੀ, ਪਰ ਗੁਰੂ ਰਵਿਦਾਸ ਉਸ ਤੋਂ ਬਾਅਦ ਬਾਬਾ ਸਾਹਿਬ ਦੇ ਆਉਣ ਨਾਲ ਅਸੀਂ ਬਿਲਕੁਲ ਮਾਨਸਿਕ ਤੌਰ 'ਤੇ, ਖਾਸ ਕਰਕੇ ਪੰਜਾਬੀ ਮਾਨਸਿਕ ਤੌਰ 'ਤੇ ਆਜ਼ਾਦ ਹੋ ਗਏ ਨੇ ਅਤੇ ਉਹ ਖੁੱਲ੍ਹ ਕੇ ਗੱਲ ਕਰਦੇ ਨੇ। ਇਸ ਕਰਕੇ ਗੁਰੂ ਰਵਿਦਾਸ ਦੀ ਬਾਣੀ ਜੇ ਸਹੀ ਅਰਥਾਂ ਵਿੱਚ ਕੋਈ ਸੁਨੇਹਾ ਦਿੰਦੀ ਹੈ ਤਾਂ ਉਹ ਹਥਿਆਰ ਚੁੱਕਣ ਦਾ ਦਿੰਦੀ ਹੈ ਕਿ ਭਾਈ ਹਥਿਆਰ ਚੁੱਕੋ। ਜੇ ਤੁਹਾਡੀ ਗੱਲ ਨੂੰ ਕੋਈ ਟੋਕਦਾ, ਤੁਹਾਨੂੰ ਮਨੁੱਖਤਾ ਦੇ ਨਾਤੇ ਤੁਹਾਡੀ ਮਨੁੱਖਤਾ ਦੀ ਜ਼ਿੰਦਗੀ ਵਿੱਚ ਰੁਕਾਵਟ ਬਣਦਾ ਔਰ ਤੁਹਾਨੂੰ ਇਸ ਗੱਲ ਤੋਂ ਰੁਕਾਵਟ ਬਣ ਕੇ ਰੋਕਦਾ ਕਿ ਤੁਸੀਂ ਇੱਕ ਚਮਾਰ ਹੋ। ਪ੍ਰੋਫੈਸਰ ਸਾਹਿਬ, ਜਿੱਦਾਂ ਕਿ ਸੋਸ਼ਲ ਨੈੱਟਵਰਕ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਅੰਤਿਮ ਸਮੇਂ ਨੂੰ ਲੈ ਕੇ ਅਜੀਬ ਕਈ ਤਰ੍ਹਾਂ ਦੇ ਵਿਵਾਦ ਬਣੇ ਹੋਏ ਆ, ਕਿ ਤੁਸੀਂ ਇਹ ਕੀ ਸਮਝਦੇ ਆ, ਇਹ ਸਾਰਾ ਕੁਝ ਉਚਿਤ ਹੈ? ਪਹਿਲੀ ਗੱਲ ਤਾਂ ਜਿਹੜੇ ਸਾਡੇ ਵਿਦਵਾਨ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਐਡੀ ਵੱਡੀ ਮਹਾਨ ਹਸਤੀ ਗੁਰੂ ਰਵਿਦਾਸ ਬਣ ਕਿਵੇਂ ਗਏ। ਚਮਾਰਾਂ ਦੀ ਛਾਂ ਤੋਂ ਲੋਕ ਉਸ ਵੇਲੇ ਡਰਦੇ ਸਨ ਔਰ ਗੁਰੂ ਰਵਿਦਾਸ ਦੀ ਚੇਲੀ ਬਣਦੀ ਹੈ ਮੀਰਾਬਾਈ, ਉਹ ਕਿਉਂ ਬਣ ਗਈ ਇਹ ਕੋਈ ਨਹੀਂ ਸੋਚਦਾ। ਫਿਰ ਮੀਰਾਬਾਈ ਦਰਬਾਰ ਵਿੱਚ ਲੈ ਕੇ ਜਾਂਦੀ ਹੈ, ਰਾਜੇ ਮਹਾਰਾਜੇ ਉਹਨਾਂ ਦੇ ਚੇਲੇ ਬਣਦੇ ਆ, ਉਹ ਕਿਉਂ ਬਣ ਗਏ ਕੋਈ ਨਹੀਂ ਸੋਚਦਾ। ਸਵਾਲ ਸਿਰਫ ਇੰਨਾ ਹੀ ਹੈ ਕਿ ਗੁਰੂ ਰਵਿਦਾਸ ਖੁਦ ਪਰਮਾਤਮਾ ਸਨ। ਜੇ ਇਹ ਸ਼ਬਦ ਭੈੜਾ ਲੱਗੇ ਕਿਸੇ ਨੂੰ ਤਾਂ ਇਹ ਕਹਿ ਸਕਦੇ ਹਾਂ ਕਿ ਉਹ ਐਡੇ ਵੱਡੇ ਸ਼ਕਤੀਮਾਨ ਸਨ ਕਿ ਵੱਡੀਆਂ ਵੱਡੀਆਂ ਫੌਜਾਂ ਦਾ ਮੁਕਾਬਲਾ ਇਕੱਲੇ ਕਰਨ ਵਿੱਚ ਸਮਰੱਥ ਸਨ। ਉਹਨਾਂ ਕੋਲੇ ਪਰਮਾਰਥ ਵਿੱਚ ਰਹਿ ਕੇ ਰੱਬ ਦੀ ਤਾਕਤ ਇੰਨੀ ਜ਼ਿਆਦਾ ਆ ਗਈ ਸੀ ਕਿ ਉਹ ਕਿਸੇ ਵੀ ਤਰ੍ਹਾਂ ਨੀਚਾ ਨਹੀਂ ਸੀ ਜਾ ਸਕਦੇ, ਕਿਉਂਕਿ ਉਹਨਾਂ ਦੀ ਭਗਤੀ ਪਰਮਾਤਮਾ ਉਸ ਨੂੰ ਖੁਦ ਮਿਲੇ ਔਰ ਖੁਦ ਪਰਮਾਤਮਾ ਬਣ ਗਏ। ਔਰ ਜਦੋਂ ਉਹਨਾਂ ਨੇ ਇਹਨਾਂ ਜਿਹੜਾ ਜਾਤੀਆਂ ਕਰਨ ਵਾਲੇ ਲੋਕਾਂ ਨਾਲ ਯੁੱਧ ਲੜਿਆ ਤਾਂ ਖੁਦ ਯੋਧਾ ਬਣ ਕੇ ਲੜਾਈ ਲੜੀ। ਇਹ ਗੱਲ ਕੋਈ ਵੀ ਨਹੀਂ ਕਹਿੰਦਾ। ਕਾਰਨ ਕਿਉਂਕਿ ਅੱਜ ਤੱਕ ਸਾਨੂੰ ਭੁਲੇਖੇ ਵਿੱਚ ਰੱਖਿਆ ਗਿਆ ਕਿ ਗੁਰੂ ਰਵਿਦਾਸ ਨੂੰ ਜੇ ਯੋਧਾ ਬਣਾ ਦਿੱਤਾ ਗਿਆ ਤਾਂ ਬਾਕੀਆਂ ਨੂੰ ਕੀ ਕਹਾਂਗੇ। ਇਸ ਕਰਕੇ ਗੁਰੂ ਰਵਿਦਾਸ ਬਾਰੇ ਲੋਕਾਂ ਨੇ ਸਾਨੂੰ ਭੁਲੇਖੇ ਵਿੱਚ ਰੱਖਿਆ। ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਇੱਕ ਦਫਾ, ਇੱਕ ਸ਼ਬਦ ਦੋ ਦਫਾ, ਉਸ ਨੂੰ ਡਾਕਟਰ ਸਾਹਿਬ ਸਿੰਘ ਵਰਗੇ ਵੱਡੇ ਵੱਡੇ ਵਿਦਵਾਨ ਇਹ ਕਹਿ ਕੇ ਅੱਗੇ ਟੁਰ ਗਏ ਕਿ ਇਹ ਸ਼ਬਦ ਪਹਿਲਾਂ ਆ ਚੁੱਕੇ, ਉਹਦੇ ਅਰਥ ਉੱਥੇ ਵੇਖ ਲਓ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦੋ ਦਫਾ ਆਉਂਦਾ ਕਿਉਂ? ਗੁਰੂ ਗ੍ਰੰਥ ਸਾਹਿਬ ਬਹੁਤ ਪਵਿੱਤਰ ਔਰ ਮਹਾਂਪੁਰਸ਼, ਪਵਿੱਤਰ ਮਹਾਂਪੁਰਸ਼ਾਂ ਦੀ ਬਾਣੀ ਹੈ। ਉਹਦੇ ਵਿੱਚ ਗੁਰੂ ਰਵਿਦਾਸ ਇਕੱਲਿਆਂ ਦਾ ਹੀ ਰਾਗਾਂ ਵਿੱਚ ਇਕੱਲਿਆਂ ਗੁਰੂ ਰਵਿਦਾਸ ਦਾ ਇੱਕ ਸ਼ਬਦ ਦੋ ਦਫਾ ਕਿਉਂ ਆਉਂਦਾ? ਕੀ ਲੋੜ ਪੈ ਗਈ? ਗੁਰੂ ਅਰਜਨ ਸਾਹਿਬ ਨੂੰ ਇਸ ਦੀ ਸੰਪਾਦਨਾ ਕਰਨ ਵੇਲੇ ਇਹ ਲੋੜ ਕਿਉਂ ਪਈ ਕਿ ਗੁਰੂ ਰਵਿਦਾਸ ਦਾ ਸ਼ਬਦ ਦੋ ਦਫਾ ਦੇਣਾ? ਪਹਿਲਾ ਸੋਠ ਰਾਗ, ਦੂਜਾ ਮਾਰੂ ਰਾਗ। ਗੁਰੂ ਰਵਿਦਾਸ ਦੇ ਬਾਰੇ 'ਚ ਗੁਰੂ ਅਰਜਨ ਸਾਹਿਬ ਪੂਰੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਨੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਔਰ ਆਪਣੇ ਆਪ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਵੱਡੇ ਯੁੱਧ ਲੜੇ। ਲੋਕ ਪੁੱਛਦੇ ਨੇ ਕੋਈ ਦੱਸੋ ਕਿਹੜਾ ਮੈਦਾਨ ਹੈ? ਮੈਦਾਨ ਜੇ ਸਾਡੀ ਹਿਸਟਰੀ ਕੋਈ ਦੇਣ ਵਾਲਾ ਹੋਵੇ ਤਾਂ ਦੱਸੇ। ਸਾਡੀ ਹਿਸਟਰੀ ਨੂੰ ਗੁਰੂ ਰਵਿਦਾਸ ਦੀ ਆਹੀ ਹਿਸਟਰੀ ਨੂੰ ਲੁਕੋਈ ਜਾ ਰਹੇ ਨੇ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦੋ ਦਫਾ ਆ ਗਿਆ, ਉਹਨੂੰ ਹੀ ਨਹੀਂ ਕੋਈ ਸਪਸ਼ਟ ਕਰਦਾ। ਵੱਡੇ ਵੱਡੇ ਵਿਦਵਾਨ ਇਹ ਕਹਿ ਕੇ ਟੁਰ ਜਾਂਦੇ ਆ ਕਿ ਇਹ ਤਾਂ ਪਿੱਛੇ ਅਰਥ ਆ ਚੁੱਕੇ ਨੇ, ਉੱਥੇ ਦੇਖ ਲਓ। ਪਰ ਕੀ ਗੁਰੂ ਅਰਜਨ ਸਾਹਿਬ ਨੂੰ ਨਹੀਂ ਸੀ ਪਤਾ ਕਿ ਇੱਕ ਸ਼ਬਦ ਦੋ ਦਫਾ ਆ ਗਿਆ? ਪਹਿਲਾ ਸ਼ਬਦ ਮਾਰੂ ਸੋਠ ਰਾਗ, ਦੂਜਾ ਮਾਰੂ ਰਾਗ। ਮੈਨੂੰ ਇਹ ਤਾਂ ਸਮਝ ਨਹੀਂ ਆਉਂਦੀ ਅੱਜ ਤੱਕ ਕਿ ਗੁਰੂ ਰਵਿਦਾਸ ਦਾ ਕਤਲ ਹੋ ਕਿਵੇਂ ਸਕਦਾ ਹੈ?
ਮੈਨੂੰ ਨਹੀਂ ਸਮਝ ਆਉਂਦੀ, ਕਿਉਂਕਿ ਉਹ ਤਾਂ ਬਚਪਨ ਤੋਂ ਹੀ ਕਤਲ ਕਰ ਦਿੱਤੇ ਜਾਣੇ ਚਾਹੀਦੇ ਸੀ। ਜਦੋਂ ਬਚਪਨ ਤੋਂ ਹੀ ਵੱਡੀਆਂ ਵੱਡੀਆਂ ਗੱਲਾਂ ਕਰਦੇ, ਮੀਰਾਬਾਈ ਉਹਨਾਂ ਦੀ ਚੇਲੀ ਬਣ ਗਈ, ਉਹ ਉਦੋਂ ਹੀ ਕਤਲ ਕਰ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਉਹ ਮੀਰਾਬਾਈ ਤਾਂ ਬਹੁਤ ਉੱਚੇ ਰਾਜੇ ਦੀ ਧੀ ਹੈ, ਜਿਹੜੀ ਉਹਨਾਂ ਦੀ ਚੇਲੀ ਬਣੀ ਇੱਕ ਚਮਾਰ ਦੀ। ਫਿਰ ਉਹਨੂੰ ਜਿਹੜਾ ਅੰਮ੍ਰਿਤ ਛਕਾਉਂਦੇ ਉਹ ਜਿਹੜਾ ਆਪਣੀ ਕੁੰਡੀ 'ਚ ਜਿਹੜੇ ਚਮੜਾ ਰੰਗਣ ਵਾਲੀ ਕੁੰਨ ਹੈ ਉਸ ਵਿੱਚੋਂ ਛਕਾਉਂਦੇ ਆ, ਉਹਦਾ ਉਹਨਾਂ ਨੇ ਕਤਲ ਨਾ ਕੀਤਾ ਕਿਸੇ ਦਾ। ਜਾਂ ਗੁਰੂਦਾਸ ਜੇ ਇੰਨਾ ਹੀ ਕਮਜ਼ੋਰ ਸੀ ਤਾਂ ਕਿਸੇ ਵੇਲੇ ਕੋਈ ਕਤਲ ਕਰ ਸਕਦਾ ਸੀ। ਉਹਨਾਂ ਨੂੰ ਤਾਂ ਕਤਲ ਕਰਨ ਦਾ ਮਤਲਬ ਕੀ ਉਹਨਾਂ ਦਾ ਸੋਚਣਾ ਵੀ ਗਲਤ ਸੀ ਕਿ ਇਹਨਾਂ ਦੇ ਬਾਰੇ 'ਚ ਅਸੀਂ ਕਤਲ ਕਰਨ ਬਾਰੇ ਸੋਚ ਸਕਦੇ ਹਾਂ। ਕਾਰਨ ਉਹ ਐਡੀ ਵੱਡੀ ਸ਼ਕਤੀ ਸਨ ਕਿ ਉਹ ਪਰਮਾਤਮਾ ਖੁਦ ਸਨ, ਜੋ ਚਾਹੁੰਦੇ ਸਨ ਕਰ ਸਕਦੇ ਸਨ। ਜੇ ਸ਼ਕਤੀ ਨਾ ਹੁੰਦੀ ਤਾਂ ਕੋਈ ਰਾਣੀ ਕੋਈ ਰਾਜਾ ਉਹਨਾਂ ਦਾ ਚੇਲਾ ਨਾ ਬਣਦਾ ਔਰ ਇਸ ਗੱਲ ਤੱਕ ਨਾ ਜਾਂਦਾ ਕਿ ਉਹ ਮੀਰਾਬਾਈ ਵਰਗੀ ਚੇਲੀ ਉਹਨਾਂ ਨੂੰ ਆਪਣਾ ਗੁਰੂ ਬਣਾ ਕੇ ਦਰਬਾਰ ਵਿੱਚ ਪੇਸ਼ ਕਰਦੀ। ਦੂਸਰੀ ਗੱਲ, ਗੁਰੂ ਰਵਿਦਾਸ ਨੇ ਯੁੱਧ ਲੜੇ ਔਰ ਯੁੱਧ ਲੜਨ ਕਰਕੇ ਹੀ ਉਹ ਜਨਤਾ ਵਿੱਚ ਮਸ਼ਹੂਰ ਹੋਏ, ਦੂਜੇ ਲੋਕਾਂ ਵਿੱਚ ਮਸ਼ਹੂਰ ਹੋਏ, ਆਪਣੇ ਲੋਕਾਂ ਵਿੱਚ ਮਸ਼ਹੂਰ ਹੋਏ। ਬਿਨਾਂ ਮਸ਼ਹੂਰੀ ਤੋਂ ਨਾ ਤਾਂ ਕੋਈ ਰਾਜਾ ਉਹਨਾਂ ਨੂੰ ਪਸੰਦ ਕਰਦਾ, ਨਾ ਕੋਈ ਰਾਣੀ। ਰਾਣੀ ਜਿਹੜੀ ਮੀਰਾਬਾਈ ਰਾਣੀ ਹੈ ਉਹ ਵੀ ਇਸ ਕਰਕੇ ਉਹਨਾਂ ਨੂੰ ਨੇੜੇ ਆਉਂਦੀ ਹੈ ਕਿ ਹਾਂ ਇੱਕ ਸ਼ਕਤੀਵਾਨ ਮਹਾਤਮਾ ਹੈ। ਇਹ ਸ਼ਕਤੀ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਵੱਡਿਆਂ ਵੱਡਿਆਂ ਯੁੱਧ ਕਰਕੇ ਵੀ ਉਹਨਾਂ ਨੂੰ ਹਰਾ ਦਿੰਦੀ ਹੈ। ਅਸੀਂ ਇਸ ਤੇ ਪਾਣੀ ਹਾਰ ਕੀ ਹਾਂ। ਔਰ ਫਿਰ ਅਧਿਆਤਮਿਕ ਤੌਰ 'ਤੇ ਵੀ ਇਹ ਨੀਵੀਂ ਗੱਲ ਨਹੀਂ ਕਰਦੇ। ਇਸ ਕਰਕੇ ਚਮਾਰਾਂ ਵਾਲਾ ਇਹਨਾਂ ਦਾ ਕਰਮ ਜਿਹੜਾ ਹੈ ਉਹ ਹੈ ਨਹੀਂ। ਭਾਵੇਂ ਜੁੱਤੀਆਂ ਗੰਢਦੇ ਨੇ, ਭਾਵੇਂ ਉਹ ਜੁੱਤੀਆਂ ਬਣਾਉਂਦੇ ਨੇ, ਭਾਵੇਂ ਉਹ ਚਮੜੇ ਦਾ ਗੱਲ ਕਰਦੇ ਨੇ, ਪਰ ਉਹਨਾਂ ਦੀ ਮਾਨਸਿਕਤਾ ਚਮਾਰਾਂ ਵਾਲੀ ਜਾਂ ਨੀਵੀਂ ਮਾਨਸਿਕਤਾ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਨੀਵਾਂ ਸਮਝਣਾ, ਚਮਾਰ ਸਮਝਣਾ ਬਹੁਤ ਵੱਡੀ ਭੁੱਲ ਹੈ। ਉਹ ਤਾਂ ਪਰਮਾਤਮਾ ਖੁਦ ਸਨ। ਜੇ ਪਰਮਾਤਮਾ ਖੁਦ ਨਾ ਹੁੰਦੇ ਤਾਂ ਕੋਈ ਵੀ ਉਹਨਾਂ ਨੂੰ ਉੱਠ ਕੇ ਮਾਰ ਸਕਦਾ ਸੀ, ਕਤਲ ਕਰ ਸਕਦਾ ਸੀ। ਉਹਨਾਂ ਵੇਲਿਆਂ ਵਿੱਚ ਜਿਹੜਾ ਵੀ ਕੋਈ ਨਾਂ ਵੀ ਲੈਂਦਾ ਸੀ, ਬੋਲਦਾ ਵੀ ਸੀ ਚਮਾਰ, ਜਿਹੜਾ ਬੋਲਦਾ ਵੀ ਸੀ, ਆਪਣੀ ਜ਼ੁਬਾਨ 'ਚੋਂ ਜ਼ੁਬਾਨ ਵੀ ਕੱਢਦਾ ਸੀ ਦੂਜਿਆਂ ਦੇ ਵਿਰੁੱਧ, ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਕੋਈ ਹਸਤੀ ਇਹੀ ਜਿਹੀ ਨਾ ਹੋਈ ਉੱਥੇ ਕਿ ਉਹ ਜਦੋਂ ਛੋਟੀ ਛੋਟੀ ਉਮਰ ਦੇ ਸਨ ਉਹ ਇਹੀਆਂ ਜਿਹੀਆਂ ਗੱਲਾਂ ਕਰਦੇ ਸਨ, ਉਹਨਾਂ ਨੂੰ ਕਿਸੇ ਨੇ ਕਤਲ ਨਾ ਕੀਤਾ। ਕਾਰਨ ਇਹ ਸੀ ਕਿ ਉਹਨਾਂ ਦੀ ਭਗਤੀ ਐਡੀ ਵੱਡੀ ਉੱਚੀ ਸੀ ਕਿ ਖੁਦ ਪਰਮਾਤਮਾ ਬਣ ਗਏ ਸਨ। ਉਹਨਾਂ ਵੱਲ ਤਲਵਾਰ ਚੁੱਕਣਾ ਤਾਂ ਕਿਸੇ ਦੀ ਹਿੰਮਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਚਮਾਰ ਨਹੀਂ ਰਹਿ ਗਏ, ਉਹ ਬੰਦਾ ਚਮਾਰ ਨਹੀਂ ਰਹਿ ਜਾਂਦਾ ਜਿਹੜਾ ਅਧਿਆਤਮ ਪੱਖ ਤੋਂ ਉੱਚਾ ਹੋ ਜਾਂਦਾ। ਚਮਾਰ ਤਾਂ ਇੱਥੋਂ ਦੇ ਲੋਕਾਂ ਦੇ ਦਿੱਤੀ ਹੋਈ ਗੱਲ ਹੈ, ਅਸੀਂ ਤਾਂ ਸਾਰੇ ਮਨੁੱਖ ਹਾਂ। ਗੁਰੂ ਰਵਿਦਾਸ ਦਾ ਸੁਨੇਹਾ ਸਪਸ਼ਟ ਰੂਪ ਵਿੱਚ ਇਹ ਹੈ ਕਿ ਸਾਰੇ ਮਨੁੱਖ ਹਨ। ਉਹ ਰਾਜੇ ਮਹਾਰਾਜਿਆਂ ਦੇ ਗੁਰੂ ਸਨ, ਉਹਨਾਂ ਨੂੰ ਮਾਰਨ ਦੀ ਹਿੰਮਤ ਕਿਵੇਂ ਕਿਸ ਨੂੰ ਪੈ ਗਈ? ਔਰ ਹਿੰਮਤ ਤਾਂ ਇੱਕ ਪਾਸੇ ਰਹੀ, ਉਹਨਾਂ ਬਾਰੇ ਸੋਚਣਾ ਵੀ ਕਿਸੇ ਨੂੰ ਐਡਾ ਵੱਡਾ ਗੁਨਾਹ ਲੱਗਦਾ ਸੀ ਕਿ ਇਹ ਨਹੀਂ ਹੋ ਸਕਦਾ। ਜੇ ਕੋਈ ਸੋਚ ਵੀ ਸਕਦਾ ਸੀ ਤਾਂ ਵੀ ਉਹ ਬੁਰੀ ਤਰ੍ਹਾਂ ਪਛਾੜਿਆ ਗਿਆ, ਉੱਥੇ ਤੱਕ ਪਹੁੰਚੇ ਨਹੀਂ, ਖੁਦ ਹੀ ਡਰਦਾ ਮਾਰਿਆ ਉੱਥੇ ਤੱਕ ਨਹੀਂ ਪਹੁੰਚਿਆ। ਇਹ ਗੱਲਾਂ ਸਾਨੂੰ ਸਮਾਜ ਵਿੱਚ ਸਪਸ਼ਟ ਕਰਨੀਆਂ ਚਾਹੀਦੀਆਂ। ਜੇ ਗੁਰੂ ਰਵਿਦਾਸ ਨਹੀਂ ਮਰੇ ਜਾਂ ਕਤਲ ਨਹੀਂ ਹੋਇਆ ਤਾਂ ਫਿਰ ਉਹ ਇੱਥੇ ਤੱਕ ਕਿਵੇਂ ਪਹੁੰਚੇ? ਇਹ ਗੱਲ ਨੂੰ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਕਤਲ ਨਹੀਂ ਹੋਇਆ। ਕਾਰਨ ਉਹ ਇੱਕ ਐਡੀ ਵੱਡੀ ਸ਼ਕਤੀ ਬਣ ਚੁੱਕੇ ਸਨ, ਪਰਮਾਤਮਾ ਰੂਪ ਬਣ ਚੁੱਕੇ ਸਨ ਕਿ ਜੋ ਨਹੀਂ ਸੋ ਕਰਨਾ ਉਹਨਾਂ ਦੇ ਆਪਣੇ ਵੱਸ ਵਿੱਚ ਸੀ। ਉਹ ਆਪਣੇ ਕਾਤਲ ਨੂੰ ਕਦੇ ਵੀ ਕਿਸੇ ਤਰ੍ਹਾਂ ਵੀ ਕਿਤੇ ਵੀ ਹਰਾ ਸਕਦੇ ਸਨ। ਹਜ਼ਾਰਾਂ ਮੀਲ ਦੂਰ ਬੈਠੇ ਆ ਕਿਤੇ ਵੀ। ਕਾਰਨ ਤੁਸੀਂ ਕਹੋਗੇ ਉਹ ਤਾਂ ਤੁਸੀਂ ਉਹੀ ਫਿਰ ਜਿਹੜੀ ਹੈ ਕਰਾਮਾਤਾਂ ਵਾਲੀ ਗੱਲ ਕਰ ਦਿੱਤੀ ਨਾ। ਕਰਾਮਾਤਾਂ ਨਹੀਂ, ਇਹ ਸ਼ਕਤੀ ਹੈ ਜਿਹੜੀ ਮਨੁੱਖ ਆਪਣੀ ਭਗਤੀ ਨਾਲ ਪੈਦਾ ਕਰਦਾ ਹੈ। ਭਗਤੀ ਹੀ ਸ਼ਕਤੀ ਹੈ। ਇਹ ਗੁਰੂ ਰਵਿਦਾਸ ਨੇ ਸਾਬਤ ਕੀਤਾ, ਨਾ ਕਿ ਤੁਸੀਂ ਭਗਤੀ ਕਰ ਲਈ ਅਤੇ ਤੁਸੀਂ ਸਭ ਕੁਝ ਪ੍ਰਾਪਤ ਕਰ ਲਿਆ। ਨਾ, ਭਗਤੀ ਨਾਲ ਸ਼ਕਤੀ ਪ੍ਰਾਪਤ ਕੀਤੀ ਔਰ ਸ਼ਕਤੀ ਉਹਨਾਂ ਨੇ ਸ਼ਡਿਊਲਡ ਕਾਸਟ ਸ਼ੂਦਰਾਂ ਦੇ ਉਠਾਉਣ ਵਾਸਤੇ ਲਾਈ। ਹੋਰ ਕਿਸੇ ਪਾਸੇ ਇਸ ਦਾ ਇਸਤੇਮਾਲ ਨਹੀਂ, ਗਲਤ ਕੀਤੇ ਢੰਗ ਨਾਲ ਨਹੀਂ ਕੀਤਾ। ਜੇ ਕਿਸੇ ਨੇ ਹਿੰਮਤ ਨਹੀਂ ਕੀਤੀ ਤਾਂ ਉਹਨਾਂ ਕੋਲ ਜਾਣ ਦੀ, ਤਾਂ ਉਹਦਾ ਕਾਰਨ ਸਿਰਫ ਇਹ ਸੀ ਕਿ ਉਹ ਐਡੀ ਵੱਡੀ ਸ਼ਕਤੀ ਸਨ। ਉਹ ਹਰ ਇੱਕ ਬੰਦਾ ਉਹਨਾਂ ਦੇ ਨੇੜੇ ਲੱਗਣੋਂ ਡਰਦਾ ਸੀ। ਮਾਰਨਾ ਤਾਂ ਰਿਹਾ ਇੱਕ ਪਾਸੇ, ਉਹਨਾਂ ਬਾਰੇ ਮਾਰਨ ਬਾਰੇ ਸੋਚਣਾ ਵੀ ਅਗਲੇ ਦੇ ਮਨ ਵਿੱਚ ਤਸੱਲੀ ਪਾ ਦਿੰਦਾ ਸੀ, ਡਰ ਪੈਦਾ ਕਰ ਦਿੰਦਾ ਸੀ। ਅਨੰਤ ਦਾਸ ਦੀ ਪਰਚਈ ਜਿਹੜੀ ਗੁਰੂ ਰਵਿਦਾਸ ਦੇ ਦੇਹਾਂਤ ਤੋਂ ਕੇਵਲ 60 ਸਾਲ ਬਾਅਦ ਮੁਕੰਮਲ ਲਿਖੀ ਗਈ। ਅਨੰਤ ਦਾਸ ਵੈਸ਼ਨਵ
ਜਿਨ੍ਹਾਂ ਨੇ ਗੁਰੂ ਰਵਿਦਾਸ ਦੀ ਪੂਰੀ ਜ਼ਿੰਦਗੀ ਲਿਖੀ ਉਹ ਕੇਵਲ 60 ਸਾਲ ਬਾਅਦ ਲਿਖੀ। ਉਸ ਵਿੱਚ ਉਹਨਾਂ ਨੇ ਕੋਈ ਨਹੀਂ ਕਤਲ ਦੀ ਗੱਲ ਨਹੀਂ ਕੀਤੀ। ਜਿੰਨਾ ਪੁਰਾਣਾ ਇਤਿਹਾਸ ਹੈ, ਜਿੰਨਾ ਵੀ ਮਰਜ਼ੀ ਲੱਭ ਲਓ, ਕਿਤੇ ਵੀ ਕਤਲ ਦੀ ਗੱਲ ਨਹੀਂ। ਇਹ ਜਿਹੜੀ ਲੋਕਾਂ ਨੇ ਬਣਾਈ ਹੈ ਉਹਨਾਂ ਨੂੰ ਪੁੱਛੋ ਸਰੋਤ ਕੀ ਹੈ, ਇਹ ਕਿੱਥੋਂ ਲੈ ਲਈ ਤੁਸੀਂ ਵੀ ਉਹਨਾਂ ਦਾ ਕਤਲ ਹੋਇਆ। ਕੋਈ ਵੀ ਦੁਨੀਆ ਵਿੱਚ ਅੱਜ ਤੱਕ ਇਹੋ ਜਿਹਾ ਮਹਾਂਪੁਰਸ਼ ਨਹੀਂ ਹੋਇਆ ਜਿਹੜਾ ਗੁਰੂ ਰਵਿਦਾਸ ਦਾ ਮੁਕਾਬਲਾ ਕਰਦਾ ਹੋਵੇ। ਦੂਜਾ ਪੁਆਇੰਟ, ਪੁਰਾਣੇ ਸਾਹਿਤ ਵਿੱਚ ਕਿਤੇ ਵੀ ਕੋਈ ਇਹੋ ਜਿਹੀ ਉਹਨਾਂ ਦੇ ਕਤਲ ਦੀ ਗੱਲ ਨਹੀਂ ਆਈ। ਅੱਜ 20ਵੀਂ ਸਦੀ ਵਿੱਚ ਬੈਠ ਕੇ 21ਵੀਂ ਸਦੀ ਵਿੱਚ ਬੈਠ ਕੇ ਅਸੀਂ ਉਹਨਾਂ ਦੇ ਕਤਲ ਦੀਆਂ ਗੱਲਾਂ ਕਰਦੇ ਹਾਂ। ਤੁਸੀਂ ਉਹਨਾਂ ਤੋਂ ਇਹ ਪੁੱਛੋ ਕਿ ਤੁਸੀਂ ਦੱਸੋ ਵੀ ਗੁਰੂ ਰਵਿਦਾਸ ਦੇ ਜਨਮ ਦੇ ਵੇਲੇ 'ਚ ਜਿੱਥੇ ਵੀ ਜਿਵੇਂ ਉਹਨਾਂ ਦਾ ਦੇਹਾਂਤ ਦੀ ਗੱਲ ਆਨੰਦ ਦਾਸ ਵੈਸ਼ਨਵ ਕਰਦਾ ਆਪਣੀ ਕਿਤਾਬ ਵਿੱਚ, ਉਹਨਾਂ ਦੀ ਮ੍ਰਿਤਿੂ ਤੋਂ 60 ਸਾਲ ਬਾਅਦ, ਉਸ ਤਰ੍ਹਾਂ ਦਾ ਕੋਈ ਸਬੂਤ ਹੈ ਤੁਹਾਡੇ ਕੋਲੇ? ਇਸ ਤਰ੍ਹਾਂ ਦੀ ਗੱਲ ਕਰੋ ਨਾ। ਇਹ ਸੋਚੀ ਸਮਝੀ ਸਾਜ਼ਿਸ਼ ਹੈ ਹਰ ਪੱਖ ਤੋਂ, ਚਾਹੇ ਉਹਨਾਂ ਦੀ ਸ਼ਾਨ ਨੂੰ ਘਟਾਉਣ ਦੀ ਗੱਲ ਹੋਵੇ, ਚਾਹੇ ਉਹਨਾਂ ਨੂੰ ਜਿਹੜਾ ਨਿਕੰਮਾ ਸਿੱਧ ਕਰਨ ਦੀ ਗੱਲ ਹੋਵੇ, ਜੋ ਮਰਜ਼ੀ ਜਿਸ ਕਰੀ ਉਹਨਾਂ ਦੀ ਮਹਾਨਤਾ ਨੂੰ ਜਿਹੜੀ ਸਾਰਿਆਂ ਤੋਂ ਉੱਚੀ ਬਣ ਗਈ ਹੈ ਦੁਨੀਆ ਵਿੱਚ। ਅੱਜ ਮੈਂ ਪਹਿਲਾਂ ਵੀ ਕਹਿ ਚੁੱਕਿਆ, ਦੁਨੀਆ ਵਿੱਚ ਸਭ ਤੋਂ ਮਹਾਨ ਜੇ ਕੋਈ ਆਤਮਾ ਹੈ ਅੱਜ ਤਾਂ ਉਹ ਗੁਰੂ ਰਵਿਦਾਸ ਹੈ, ਜਿਨ੍ਹਾਂ ਨੇ ਖੁਦ ਸਮਾਜ ਸੁਧਾਰ ਵੀ ਕੀਤਾ ਔਰ ਸਮਾਜ ਵਿੱਚ ਸਮਾਜ ਨੂੰ ਸੁਧਾਰਨ ਵਾਸਤੇ ਲੜਾਈਆਂ ਵੀ ਲੜੀਆਂ। ਇਸ ਕਰਕੇ ਉਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ ਗੱਲ ਕੀਤੀ ਕਿ ਅੱਜ ਤੱਕ ਇੰਡੀਆ ਵਿੱਚ ਜਿੰਨੀਆਂ ਵੀ ਕਿਤਾਬਾਂ ਗੁਰੂ ਰਵਿਦਾਸ ਬਾਰੇ ਛਪੀਆਂ ਪੁਰਾਤਨ ਸਾਹਿਤ ਵਿੱਚ, ਕਿਸੇ ਨੇ ਕਤਲ ਦੀ ਗੱਲ ਨਹੀਂ ਕੀਤੀ, ਕਿਸੇ ਇੱਕ ਨੇ ਵੀ ਕਤਲ ਦੀ ਗੱਲ ਨਹੀਂ ਕੀਤੀ। ਇਹ ਬੋਧੀ ਜਦੋਂ ਇਹ ਆਏ ਪੰਜਾਬ ਵਿੱਚ, ਬੋਧੀਆਂ ਨੇ ਪਹਿਲੀ ਦਫਾ ਕਤਲ ਦੀ ਗੱਲ ਕੀਤੀ, ਕਿਉਂਕਿ ਬੋਧੀ ਨਹੀਂ ਸੀ ਚਾਹੁੰਦੇ ਕਿ ਐਡੀ ਵੱਡੀ ਮਹਾਨ ਹਸਤੀ ਬੁੱਧ ਨੂੰ ਪਾਰ ਕਰ ਜਾਏ। ਅੱਜ ਜੇ ਹਸਤੀ ਕੋਈ ਹੈ ਦੁਨੀਆ ਵਿੱਚ ਪਾਰ ਕਰਦੀ ਹੈ ਵਿਚਾਰਧਾਰਕ ਪੱਖ ਤੋਂ ਤੇ ਯੁੱਧ ਦੇ ਪੱਖ ਤੋਂ, ਉਹ ਕੇਵਲ ਤੇ ਕੇਵਲ ਗੁਰੂ ਰਵਿਦਾਸ। ਦੇਖੋ ਜੀ, ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ, ਚਾਹੇ ਉਹ ਧਾਰਮਿਕ ਨੇ ਚਾਹੇ ਰਾਜਨੀਤਿਕ ਨੇ, ਉਹ ਆਪਣੇ ਗੁਰੂਆਂ ਨੂੰ ਉੱਚਾ ਚੁੱਕਣਾ ਚਾਹੁੰਦੇ ਆ, ਸਾਡੇ ਗੁਰੂਆਂ ਨੂੰ ਉਹ ਥੱਲੇ ਲਾਉਣਾ ਚਾਹੁੰਦੇ, ਚਾਹੇ ਇੰਡੀਆ ਹੋਵੇ ਚਾਹੇ ਬਾਹਰਲਾ ਦੇਸ਼ ਹੋਵੇ ਕੋਈ। ਕਿਉਂਕਿ ਜੇ ਅਸੀਂ ਨਿਰਪੱਖ ਹੋ ਕੇ ਚੱਲੀਏ ਤਾਂ ਗੁਰੂ ਰਵਿਦਾਸ ਵਰਗੀ ਸ਼ਕਤੀ ਕੋਈ ਹੈ ਨਹੀਂ। ਗੁਰੂ ਨਾਨਕ ਉਹਨਾਂ ਤੋਂ ਸੇਧ ਲੈ ਕੇ ਚੱਲਦੇ ਨੇ। ਮੈਂ ਇਹ ਬੜੀ ਸਪਸ਼ਟ ਭਾਸ਼ਾ ਨਾਲ ਦੁਬਾਰਾ ਕਹਿੰਦਾ, ਗੁਰੂ ਨਾਨਕ ਬਕਾਇਦਾ ਤੌਰ 'ਤੇ ਉਹਨਾਂ ਤੋਂ ਸੇਧ ਲੈ ਕੇ ਚੱਲਦੇ ਨੇ। ਇਸ ਵਿੱਚ ਕਈ ਤਾਂ ਤੇ ਫੋਟੋਆਂ ਵਿੱਚ ਵੀ ਆਉਂਦਾ ਹੈ ਕਿ ਗੁਰੂ ਨਾਨਕ ਉਹਨਾਂ ਦੀ ਸੇਵਾ ਕਰਦੇ ਨੇ, ਪਰ ਫਿਰ ਵੀ ਜੋ ਕੁਝ ਵੀ ਹੋ ਰਿਹਾ ਹੈ ਅੱਜ ਕੱਲ੍ਹ ਸਿਆਸਤ ਹੋ ਰਹੀ ਹੈ। ਗੁਰੂ ਰਵਿਦਾਸ ਵਰਗੀ ਮਹਾਨ ਸ਼ਕਤੀ, ਮਹਾਨ ਹਸਤੀ ਅੱਜ ਤੱਕ ਦੁਨੀਆ ਵਿੱਚ ਨਹੀਂ ਆਈ। ਸਤਿਗੁਰੂ ਰਵਿਦਾਸ ਮਹਾਰਾਜ ਦਾ ਆਪਣੀ ਜੀਵਨੀ ਵਿੱਚ ਕੀ ਸੰਘਰਸ਼ ਰਿਹਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਨੇ ਆਪਣੇ ਜੀਵਨ 'ਚ ਕਿਹੜੀਆਂ ਰਚਨਾਵਾਂ ਸਮਾਜ ਲਈ ਕੀਤੀਆਂ ਔਰ ਕਿਹੜਾ ਸਮਾਜ ਨੂੰ ਉਹਨਾਂ ਦਾ ਮੁੱਖ ਉਪਦੇਸ਼ ਰਿਹਾ? ਗੁਰੂ ਰਵਿਦਾਸ ਦਾ ਮੁੱਖ ਮੰਤਵ ਬਚਪਨ ਤੋਂ ਹੀ ਆਪਣੇ ਸਮਾਜ ਦੇ ਉਥਾਨ ਵੱਲ ਸੀ। ਬਚਪਨ ਤੋਂ ਹੀ ਉਹਨਾਂ ਦਾ ਧਿਆਨ, ਉਹਨਾਂ ਦੀ ਸ਼ਕਤੀ ਸਾਰੀ ਇਸ ਪਾਸੇ ਵੱਲ ਹੀ ਲੱਗੀ ਰਹੀ। ਕੋਈ ਇਹ ਕਹੇ ਕਿ ਉਹ ਇੱਕੋ ਦਿਨ ਵਿੱਚ ਐਡੇ ਵੱਡੇ ਮਹਾਨ ਸੰਤ ਬਣ ਗਏ, ਐਡੀ ਵੱਡੀ ਸ਼ਕਤੀ ਬਣ ਗਏ, ਇਹ ਬਿਲਕੁਲ ਗਲਤ ਹੈ। ਸਿਰਫ ਗੁਰੂ ਰਵਿਦਾਸ ਨੇ ਆਪਣੀ ਭਗਤੀ ਨਾਲ ਸ਼ਕਤੀ ਪੈਦਾ ਕਰਕੇ ਪਹਿਲਾਂ ਤਾਂ ਉਹਨਾਂ ਸ਼ਕਤੀਆਂ ਨੂੰ ਮਾਤ ਦਿੱਤੀ ਜਿਹੜੀਆਂ ਅਛੂਤਾਂ ਨੂੰ ਕਤਲ ਕਰਨ ਦੀ ਹਿੰਮਤ ਕਰਦੀ ਹੁਣ। ਇਸ ਕਰਕੇ ਗੁਰੂ ਰਵਿਦਾਸ ਦੇ ਵੇਲੇ ਵਿੱਚ ਬਚਪਨ ਤੋਂ ਹੀ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਿਆ। ਬੜੇ ਸਵਾਲ ਲੋਕ ਕਰਦੇ ਆ ਕਿ ਬਚਪਨ ਵਿੱਚ ਹੀ ਉਹਨਾਂ ਨੂੰ ਕਤਲ ਕਿਉਂ ਨਹੀਂ ਕਰ ਦਿੱਤਾ ਗਿਆ, ਜਿਵੇਂ ਦੂਜੇ ਜਦ ਨਾਂ ਲੈਂਦੇ ਸੀ ਕਤਲ ਕਰ ਦਿੱਤਾ ਜਾਂਦਾ ਸੀ। ਮੇਰੇ ਦੋਸਤੋ, ਉਹ ਤਾਂ ਬਚਪਨ ਵਿੱਚ ਹੀ ਆਪਣੀ ਭਗਤੀ ਵਿੱਚ ਲੀਨ ਸਨ। ਜੇ ਕੋਈ ਇਹ ਕਹੇ ਕਿ ਬਚਪਨ ਵਿੱਚ ਹੀ ਉਹਨਾਂ ਨੂੰ ਸੋਝੀ ਕਿਵੇਂ ਆ ਗਈ, ਇਸ ਕਰਕੇ ਇਹ ਸ਼ਕਤੀਆਂ ਕੁਦਰਤੀ ਰੂਪ ਵਿੱਚ ਸਾਡੇ ਮਨ ਵਿੱਚ ਆਉਂਦੀਆਂ ਨੇ ਔਰ ਉਹ ਕੁਦਰਤੀ ਰੂਪ ਜਿਹੜਾ ਐਡਾ ਸ਼ਕਤੀਸ਼ਾਲੀ ਹੁੰਦਾ ਕਿ ਉਹ ਕਿਸੇ ਵੀ ਦਲੀਲ ਦਾ ਮੁਹਤਾਜ ਨਹੀਂ ਹੁੰਦਾ। ਕੋਈ ਵੀ ਸ਼ਕਤੀ ਉਹਨਾਂ ਨੂੰ ਹਰਾਉਣ ਵਿੱਚ ਸਮਰੱਥ ਨਹੀਂ ਹੁੰਦੀ। ਉਹਨਾਂ ਦੀਆਂ ਉਦਾਹਰਨਾਂ ਸਾਡੇ ਕੋਲ ਸਾਹਮਣੇ ਨੇ। ਗੁਰੂ ਰਵਿਦਾਸ ਹੈ, ਗੁਰੂ ਕਬੀਰ ਹੈ, ਉਹਨਾਂ ਨੇ ਇਹੋ ਜਿਹਾ ਕੁਛ ਕੀਤਾ, ਉਹਨਾਂ ਦੇ ਮੁਕਾਬਲੇ 'ਤੇ ਕੋਈ ਵੀ ਆ ਕੇ ਨਾ ਖੜਾ ਹੋਇਆ। ਜਦ ਕਿ ਉਹਨਾਂ ਦਿਨਾਂ ਚਮਾਰਾਂ ਨੂੰ ਗਾਜਰ ਮੂਲੀ ਵਾਂਗ ਕੱਟ ਦਿੱਤਾ ਜਾਂਦਾ ਸੀ, ਨੀਚੇ ਜਾਤਾਂ ਨੂੰ ਸਮਝੇ ਕੁਛ ਨਹੀਂ ਸੀ ਜਾਂਦਾ। ਕਿ ਗੁਰੂ ਰਵਿਦਾਸ ਬੱਚੇ ਹੀ ਨਹੀਂ ਸੀ? ਗੁਰੂ ਰਵਿਦਾਸ ਦਾ ਵੀ ਤਾਂ ਬਚਪਨ ਸੀ, ਉਹ ਵੀ ਤਾਂ ਜਵਾਨੀ ਵਿੱਚ ਆਏ। ਅੱਜ ਤੱਕ ਜਿੰਨੇ ਵੀ ਸਮਾਜ ਵਿੱਚ ਮਹਾਂਪੁਰਸ਼ ਹੋਏ, ਮੈਂ ਫਿਰ ਦੁਹਰਾ ਦਿਆਂ, ਅੱਜ ਤੱਕ ਜਿੰਨੇ ਵੀ ਸਮਾਜ 'ਚ ਮਹਾਂਪੁਰਸ਼ ਹੋਏ
ਉਹਨਾਂ ਦੇ ਮੁਕਾਬਲੇ ਵਿੱਚ ਸਮਾਜ ਵਿੱਚ ਸੁਧਾਰ ਕਿਸੇ ਨੇ ਨਹੀਂ ਕੀਤਾ। ਕਾਰਨ ਇਹ ਸੀ, ਇੱਕ ਤਾਂ ਉਹ ਸਭ ਤੋਂ ਦੱਬੀ ਕੁਚਲੀ ਕਾਸਟ ਵਿੱਚੋਂ ਸਨ, ਜਿੱਥੇ ਉਹਨਾਂ ਨੂੰ ਛਾਂ ਵੀ ਭਿੱਟ ਜਾਂਦੀ ਸੀ, ਲੋਕ ਉਹਨਾਂ ਦੀਆਂ ਪੈੜਾਂ ਤੋਂ ਡਰਦੇ ਸਨ, ਉਹ ਰਾਹ ਕੱਟ ਜਾਂਦੇ ਸਨ। ਉਸ ਥਾਂ ਤੋਂ ਉਤਪੰਨ ਹੋ ਕੇ ਇੱਕ ਐਡੀ ਸ਼ਕਤੀ ਬਣੇ ਕਿ ਜਿਹੜੇ ਰਾਜੇ ਮਹਾਰਾਜੇ ਉਹਨਾਂ ਦੇ ਚੇਲੇ ਬਣੇ। ਸਾਰੀਆਂ ਗੱਲਾਂ ਦਾ ਨਿਚੋੜ ਤਾਂ ਇਸ ਵਿੱਚ ਆਉਂਦਾ ਹੈ ਕਿ ਗੁਰੂ ਰਵਿਦਾਸ ਨੇ ਆਪਣੇ ਮਤਲਬ ਵਾਸਤੇ ਕੋਈ ਕੰਮ ਨਹੀਂ ਕੀਤਾ। ਅਛੂਤ ਸਮਾਜ ਦੇ ਸੁਧਾਰ ਲਈ ਤੇ ਦੱਬੇ ਕੁਚਲੇ ਲੋਕਾਂ ਦੇ ਸੁਧਾਰ ਲਈ ਆਪਣੀਆਂ ਕੁਰਬਾਨੀਆਂ ਤੱਕ ਦਿੱਤੀਆਂ। ਤੇ ਜੋ ਕੁਝ ਵੀ ਕੀਤਾ ਗੁਰੂ ਰਵਿਦਾਸ ਨੇ ਦੱਬੇ ਕੁਚਲੇ ਸਮਾਜ ਲਈ ਕੀਤਾ, ਉਹਦੇ ਵਿੱਚੋਂ ਪਾਰਟੀਕੂਲਰ ਖਾਸ ਕਰਕੇ ਅਛੂਤਾਂ ਲਈ ਕੀਤਾ, ਜਿਨ੍ਹਾਂ ਵਿੱਚੋਂ ਉਹ ਆਪ ਖੁਦ ਸਨ ਕਿ ਉਹ ਕਦੇ ਵੀ ਕਿਸੇ ਤੋਂ ਨੀਵੇਂ ਨਹੀਂ, ਉਹਨਾਂ ਵਿੱਚ ਵੀ ਸ਼ਕਤੀ ਆ ਸਕਦੀ ਹੈ। ਸਿਰਫ ਕਾਰਨ ਇਹ ਹੈ ਕਿ ਉਹਨਾਂ ਨੂੰ ਭਗਤੀ ਕਰਨ ਤੋਂ ਰੋਕ ਲਿਆ ਗਿਆ, ਉਸ ਦੀ ਕੌਮ ਨੂੰ, ਉਸ ਦੇ ਲੋਕਾਂ ਨੂੰ ਭਗਤੀ ਕਰਨ ਤੋਂ ਰੋਕ ਲਿਆ ਗਿਆ। ਜੇ ਕਿਤੇ ਗੁਰੂ ਰਵਿਦਾਸ ਵਰਗਾ ਮਹਾਂਪੁਰਸ਼ ਇਸ ਤੋਂ ਵੀ ਪਹਿਲਾਂ ਆ ਜਾਂਦਾ ਤਾਂ ਕੌਮ ਉਸ ਤੋਂ ਵੀ ਪਹਿਲਾਂ ਜਾਗਦੀ। ਤੇ ਗੁਰੂ ਰਵਿਦਾਸ ਦਾ ਅੱਜ ਤੱਕ ਅਸਰ ਵੇਖ ਲਓ ਕਿ ਗੁਰੂ ਰਵਿਦਾਸ ਮਹਾਨ ਨੇ, ਗੁਰੂ ਰਵਿਦਾਸ ਦੀ ਮਹਾਨਤਾ ਨੂੰ ਅੱਜ ਵੀ ਸਲਾਮ ਹੈ। ਪ੍ਰੋਫੈਸਰ ਸਾਹਿਬ ਜੀ, ਅਸੀਂ ਜਾਂਦੇ ਜਾਂਦੇ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਾਂ, ਸਾਡੇ ਵਿਰਾਸੀਆ ਟੀਵੀ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਸਮਾਜ ਨੂੰ ਔਰ ਆਪਣੇ ਦੱਬੇ ਕੁਚਲੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਭ ਤੋਂ ਵੱਡਾ ਮੈਸੇਜ ਤਾਂ ਇਹ ਹੈ ਕਿ ਉਹ ਆਪਣੀ ਮਾਨਸਿਕ ਤਾਕਤ ਨੂੰ ਕਮਜ਼ੋਰ ਨਾ ਹੋਣ ਦੇਣ, ਕਿਸੇ ਦੀ ਈਨ ਨਾ ਮੰਨਣ ਬਿਨਾਂ ਮਤਲਬ ਤੋਂ। ਉਹਨਾਂ ਨੂੰ ਗੁਰੂ ਰਵਿਦਾਸ ਬਾਣੀ ਪੜ੍ਹ ਕੇ ਉਸ ਦੇ ਉੱਤੇ ਅਮਲ ਕਰਨਾ ਚਾਹੀਦਾ। ਜੇ ਤੁਸੀਂ ਕਿਸੇ ਵੀ ਤਰ੍ਹਾਂ ਉਸ 'ਤੇ ਅਮਲ ਨਹੀਂ ਕਰੋਗੇ ਤਾਂ ਜਿਵੇਂ ਅੱਜ ਸਾਡੀ ਹਾਲਤ ਹੈ ਉਸ ਤਰ੍ਹਾਂ ਹੀ ਰਹੇਗੀ। ਦੂਜੇ ਧਰਮਾਂ ਦੇ ਜਾਂ ਦੂਜੇ ਮਹਾਂਪੁਰਸ਼ਾਂ ਦੀ ਬਾਣੀ ਸਾਨੂੰ ਮਨੁੱਖਤਾ ਦਾ ਸੰਦੇਸ਼ ਤਾਂ ਦਿੰਦੀ ਹੈ, ਪਰ ਸਾਨੂੰ ਮਨੁੱਖ ਬਣਾਉਣ ਦਾ ਸੰਦੇਸ਼ ਨਹੀਂ ਦਿੰਦੀ। ਸਾਡੇ ਵਿਰਾਸੀਆ ਟੀਵੀ ਚੈਨਲ ਦੇ ਵਿੱਚ ਕੌਮ ਦੀ ਮਹਾਨ ਸ਼ਖਸੀਅਤ ਪ੍ਰੋਫੈਸਰ ਲਾਲ ਸਿੰਘ ਜੀ ਦਾ ਅਸੀਂ ਆਪਣੀ ਵਿਰਾਸੀਆ ਟੀਮ ਵੱਲੋਂ, ਆਪਣੇ ਸਮਾਜ ਵੱਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਛ ਪਲ, ਕੁਛ ਸਮਾਂ ਇਹ ਸਾਡੇ ਸਮਾਜ ਦੇ ਲੇਖੇ ਲਾਇਆ, ਆਪਣੀਆਂ ਭਾਵਨਾਵਾਂ ਔਰ ਆਪਣੀ ਸੋਚ ਪ੍ਰਗਟ ਕੀਤੀ ਔਰ ਆਪਣਾ ਦੁੱਖ ਪ੍ਰਗਟ ਕੀਤਾ। ਅਸੀਂ ਇੱਕ ਵਾਰੀ ਫੇਰ ਵਿਰਾਸੀਆ ਟੀਵੀ ਵੱਲੋਂ ਇਸ ਕੌਮ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਕਲਮ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਆ, ਔਰ ਅਸੀਂ ਇਹੀ ਉਮੀਦ ਅਰਦਾਸ ਕਰਦੇ ਸਤਿਗੁਰੂ ਰਵਿਦਾਸ ਦੇ ਚਰਨਾਂ ਅੱਗੇ ਕਿ ਇਸ ਸ਼ਖਸੀਅਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਨ ਦੁੱਗਣੀ ਰਾਤ ਚੁੱਗਣੀ ਇਹਨਾਂ ਦੀ ਸਦਾ ਤੰਦਰੁਸਤੀ ਬਖਸ਼ੇ ਔਰ ਇਹਨਾਂ ਦੇ ਪੂਰੇ ਪਰਿਵਾਰ ਦੀ ਤੰਦਰੁਸਤੀ ਬਖਸ਼ੇ। ਇੰਨੇ ਕੁ ਲਫ਼ਜ਼ਾਂ ਨਾਲ ਅਸੀਂ ਸੰਗਤ ਤੋਂ ਮਾਫੀ ਚਾਹੁੰਦੇ ਹਾਂ। ਜੈ ਗੁਰਦੇਵ ਜੀ, ਧੰਨ ਗੁਰਦੇਵ।